ਧੰਨ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨਾ ਸਿਮਰੋ ਅੰਗਦ ਦੁਖ ਨਿਕੰਦਨਾ। ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸ਼ਕ। ਹਰਿ ਗੋਬਿੰਦ ਸੁਭ ਸਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਧਰੋਂ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਤ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਕੈ ਬਿਦ ਬਿਸ਼ਨ ਕੇ ਸ਼ਿਵ ਭਵਲੀਨੋ ਜਗਤ ਉਦਾਰਨ ਲਸਨ ਕੀਨੋ। ਜੁਗੋ ਜੁਗ ਅਟਲ ਚਬਰ ਸਬਰ ਤਖਤ ਦੇ ਮਾਲਕ ਗੁਰਤਾ ਗੱਦੀ ਤੇ ਵਿਰਾਜਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਵੇਲੇ ਦੇ ਦੀਵਾਨਾਂ ਦੌਰਾਨ ਹਾਜ਼ਰੀਆਂ ਭਰ ਰਹੇ ਅਤ ਸਤਿਕਾਰਯੋਗ ਸਤਸੰਗੀ ਜਨੋ, ਸਤਿਗੁਰਾਂ ਜੀ ਦੀ ਅਪਾਰ ਬਖਸ਼ਿਸ਼ ਹੈ ਕਿ ਸਾਨੂੰ ਇੱਕ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ ਜਿੱਥੇ ਅਸੀਂ ਰੋਜ਼ਾਨਾ ਸਤਿਗੁਰਾਂ ਜੀ ਦੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕਰਦੇ ਹਾਂ। ਨਾਲ ਹੀ ਨਾਲ ਗੁਰ ਇਤਿਹਾਸ ਤੋਂ ਵੀ ਜਾਣੂ ਹੁੰਦੇ ਹਾਂ। ਪਿਛਲੇ ਕੁਝ ਦਿਨਾਂ ਤੋਂ ਅਸੀਂ ਸ਼੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਜੋ ਅਸੀਂ ਆਰੰਭ ਕੀਤੀ ਸੀ, ਉਸ ਦੇ ਸੰਬੰਧ ਦੇ ਵਿੱਚ ਅਸੀਂ ਕੱਲ ਚੌਥੇ ਅਧਿਆਏ ਦੀ ਆਰੰਭਤਾ ਕੀਤੀ ਹੈ। ਆਓ ਅੱਜ ਦੇ ਪ੍ਰਸੰਗ ਦੀ ਆਰੰਭਤਾ ਕਰਨ ਤੋਂ ਪਹਿਲਾਂ
ਕੁਝ ਕੁ ਪੰਛੀ ਝਾਤ ਕੱਲ ਦੇ ਦੀਵਾਨਾਂ ਦੇ ਅੰਦਰ ਮਾਰ ਲਈਏ, ਤਾਂ ਜੋ ਅੱਜ ਦੇ ਪ੍ਰਸੰਗ ਨੂੰ ਸਮਝਣ ਦੇ ਵਿੱਚ, ਇਸ ਲੜੀ ਨੂੰ ਜੋੜਨ ਦੇ ਵਿੱਚ ਸਾਨੂੰ ਸੋਖ ਮਹਿਸੂਸ ਹੋ ਸਕੇ। ਕੱਲ ਦੇ ਦੀਵਾਨਾਂ ਦੇ ਵਿੱਚ ਅਸੀਂ ਵਿਚਾਰ ਸਰਵਣ ਕੀਤੇ ਸਨ ਕਿ ਕਿਸ ਤਰ੍ਹਾਂ ਮਹਿਤਾ ਕਾਲੂ ਦਾਸ ਜੀ ਨੇ ਆਪਣੇ ਸੇਵਕ ਨੂੰ ਪੰਡਿਤ ਹਰਦਿਆਲ ਜੀ ਦੇ ਘਰ ਭੇਜਿਆ ਤੇ ਛੇਤੀ ਦਿਨ ਆਪਣੇ ਘਰ ਦੇ ਵਿੱਚ ਬੁਲਾਇਆ, ਤੇ ਪੰਡਿਤ ਜੀ ਨੇ ਉਸ ਸੇਵਕ ਦੇ ਪਾਸੋਂ ਬਚਨ ਸੁਣ ਕੇ ਉੱਤਰ ਦਿੱਤਾ ਕਿ ਮੈਂ ਆਪਣੀ ਪੂਜਾ ਸੰਪੂਰਨ ਕਰਕੇ ਹੋਰ ਕੋਈ ਵੀ ਕਾਰਜ ਨਹੀਂ ਕਰਾਂਗਾ, ਛੇਤੀ ਦਿਨਾਂ ਮਹਿਤਾ ਕਾਲੂ ਦਾਸ ਜੀ ਦੇ ਘਰ ਦੇ ਵਿੱਚ ਆ ਜਾਵਾਂਗਾ। ਜਦੋਂ ਪੰਡਿਤ ਜੀ ਮਹਿਤਾ ਕਾਲੂ ਦਾਸ ਜੀ ਦੇ ਘਰ ਦੇ ਵਿੱਚ ਪਹੁੰਚਦੇ ਨੇ ਤੇ ਜਾ ਕੇ ਉਹਨਾਂ ਨੂੰ ਮਹਿਤਾ ਕਾਲੂ ਦਾਸ ਜੀ ਦੱਸਦੇ ਨੇ ਕਿ ਪੁੱਤਰ ਦੀ ਦਾਤ ਪ੍ਰਾਪਤ ਪਰਮਾਤਮਾ ਨੇ ਕੀਤੀ ਹੈ, ਤੇ ਨਾਲ ਹੀ ਨਾਲ ਬਚਨ ਆਖਦੇ ਨੇ ਕਿ ਇਸ ਦੀ ਜਨਮ ਪੱਤਰੀ ਤਿਆਰ ਕੀਤੀ ਜਾਵੇ। ਆਪਣੇ ਜੋਤਿਸ਼ ਦੀ ਵਿਦਿਆ ਦੇ ਅਨੁਸਾਰ ਪੰਡਿਤ ਜੀ ਮਹਿਤਾ ਕਾਲੂ ਦਾਸ ਜੀ ਨੂੰ ਬੇਨਤੀ ਕਰਦੇ ਨੇ ਕਿ ਸਭ ਤੋਂ ਪਹਿਲਾਂ ਜਿਨ੍ਹਾਂ ਨੇ ਇਹਨਾਂ ਦਾ ਮੁਖ ਦੇਖਿਆ ਉਹਨਾਂ ਨੂੰ ਬੁਲਾਇਆ ਜਾਵੇ, ਤੇ ਇਸ ਬੱਚੇ ਦੇ ਹਾਵ ਭਾਵ ਕਿਹੋ ਜਿਹੇ ਸਨ, ਚਿਹਰੇ ਦੀ ਬੋਲਬਾਲੀ ਕਿਹੋ ਜਿਹੀ ਸੀ। ਪੰਡਿਤ ਜੀ ਦੇ ਕਹਿਣ ਦੇ ਉੱਤੇ ਮਹਿਤਾ ਕਾਲੂ ਦਾਸ ਜੀ ਨੇ ਦਾਈ ਦੌਲਤਾ ਨੂੰ ਬੁਲਾਇਆ, ਤੇ ਦਾਈ ਦੌਲਤਾ ਜੀ ਅਤੇ ਪੰਡਿਤ ਜੀ ਦੇ ਵਿਚਕਾਰ ਕੁਝ ਵਿਚਾਰ ਚਰਚਾ ਹੁੰਦੀ ਹੈ। ਪੰਡਿਤ ਜੀ ਸਵਾਲ ਕਰਦੇ ਨੇ ਤੇ ਦਾਈ ਦੌਲਤਾ ਜੀ ਉਸਦਾ ਉੱਤਰ ਦਿੰਦੇ ਨੇ ਕਿ ਕਿਸ ਤਰ੍ਹਾਂ ਕਿਸ ਸਮੇਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਜਨਮ ਹੁੰਦਾ ਹੈ, ਤੇ ਜਨਮ ਦੇ ਸਮੇਂ ਉਹਨਾਂ ਦੇ ਚਿਹਰੇ ਦੇ ਉੱਤੇ ਕਿਹੋ ਜਿਹਾ ਜਾਲੋ ਜਲਾਲ ਸੀ। ਉਹ ਸਭ ਕੁਝ ਅਸੀਂ ਕੱਲ ਦੇ ਪ੍ਰਸੰਗ ਦੇ ਵਿੱਚ ਸਰਵਣ ਕਰ ਚੁੱਕੇ ਹਾਂ। ਅਗਲੇਰੀ ਵਿਚਾਰ ਅਗਲੇਰੇ ਪ੍ਰਸੰਗ ਨਾਲ ਸਾਂਝ ਪਾਉਣ ਤੋਂ ਪਹਿਲਾਂ ਗੁਰੂ ਕਲਗੀਧਰ ਪਿਤਾ ਜੀ ਵੱਲੋਂ ਬਖਸ਼ੀ ਹੋਈ ਫਤਿਹ ਦੀ ਸਾਂਝ ਪਾ ਲਈਏ ਜੀ। ਦੋਵੇਂ ਹੱਥ ਜੋੜ ਕੇ ਪਿਆਰ ਅਤੇ ਸਤਿਕਾਰ ਨਾਲ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈ ਬਿਦ ਵਿਸ਼ਨ ਕੇ ਸ਼ਿਵ ਪਵਲੀਨੋ, ਜਗਤ ਉਦਾਹਰਨ ਲਛਨ ਚੀਨੋ। ਜਦੋਂ ਪੰਡਿਤ ਹਰਦਿਆਲ ਜੀ ਨੇ ਮਹਿਤਾ ਕਾਲੂ ਦਾਸ ਜੀ ਪਾਸੋਂ ਬਚਨ ਪਾਏ, ਬਚਨ ਸੁਣੇ ਕਿ ਬੱਚੇ ਦੀ ਜਨਮ ਪੱਤਰੀ ਤਿਆਰ ਕੀਤੀ ਜਾਵੇ, ਤਾਂ ਉਸ ਸਮੇਂ ਪੰਡਿਤ ਹਰਦਿਆਲ ਨੇ ਆਪਣੇ ਜੋਤਿਸ਼ ਦੀ ਵਿਦਿਆ ਦੇ ਨਾਲ ਜੋ ਉਹਨਾਂ ਦੇ ਗ੍ਰਹਿਾਂ ਦਾ ਹਿਸਾਬ ਕਿਤਾਬ ਸੀ, ਜੋ ਚੰਗੇ ਮਾੜੇ ਸਮੇਂ ਦੇ ਮੁਹੂਰਤ ਦੀ ਗੱਲ ਸੀ, ਉਹ ਸਾਰਾ ਚੰਗਾ ਮਾੜਾ ਸਮਾਂ ਉਹਨਾਂ ਨੇ ਵਿਚਾਰਿਆ, ਤੇ ਨਾਲ ਹੀ ਨਾਲ ਪੰਡਿਤ ਜੀ ਨੇ ਵਿਚਾਰ ਕੀਤੀ ਕਿ ਇਹ ਬੱਚਾ ਜਿਹੜਾ ਹੈ, ਇਹ ਬਾਲਕ ਜਿਹੜਾ ਹੈ, ਚੰਗੇ ਲਗਨ ਦੇ ਵਿੱਚ, ਚੰਗੇ ਸਮੇਂ, ਚੰਗੇ ਵਕਤ ਇਸ ਦਾ ਜਨਮ ਹੋਇਆ ਹੈ। ਤੇ ਨਾਲ ਹੀ ਫਿਰ ਮਨ ਦੇ ਵਿੱਚ ਵਿਚਾਰ ਕਰਦੇ ਨੇ ਕਿ ਇਹ ਅਵਤਾਰ ਲੱਗ ਰਿਹਾ ਹੈ, ਇਹ ਬੱਚਾ ਕਿਸੇ ਦਾ ਅਵਤਾਰ ਲੱਗ ਰਿਹਾ, ਤੇ ਕਾਲੂ ਜੀ ਦੇ ਬਹੁਤ ਵੱਡੇ ਭਾਗ ਨੇ। ਤੇ ਫਿਰ ਮਨ ਹੀ ਮਨ ਦੇ ਵਿੱਚ ਪੰਡਿਤ ਹਰਦਿਆਲ ਜੀ ਆਪਣੇ ਮਨ ਦੇ ਨਾਲ ਵਿਚਾਰਾ ਕਰਦੇ ਨੇ। ਕਹਿ ਵਿਦ ਵਿਸ਼ਨ ਕਿ ਸ਼ਿਵ ਪਵਲੀਨੋ, ਕਹਿੰਦੇ ਹੁਣ ਇਹ ਨਹੀਂ ਸਮਝ ਲੱਗ ਰਹੀ ਕਿ ਇਹ ਵਿਸ਼ਨੂੰ ਦਾ ਅਵਤਾਰ ਹੈ, ਜਾਂ ਵਿਸ਼ਨੂੰ ਨੇ ਜਨਮ ਲਿਆ, ਜਾਂ ਸ਼ਿਵ ਜੀ ਨੇ ਜਨਮ ਲਿਆ। ਇਹ ਪੰਡਿਤ ਹਰਦਿਆਲ ਜੀ ਆਪਣੇ ਮਨ ਦੇ ਵਿੱਚ ਹੀ ਸੰਕਲਪ ਜਿਹੜਾ ਹੈ ਉਹ ਬਣਾ ਰਹੇ ਨੇ, ਆਪਣੇ ਮਨ ਹੀ ਮਨ ਦੇ ਵਿੱਚ ਵਿਚਾਰ ਕਰਦੇ ਨੇ ਕਿ ਇਹ ਕੋਈ ਅਵਤਾਰ ਲੱਗ ਰਿਹਾ, ਕਿ ਜਿਸ ਤਰ੍ਹਾਂ ਬ੍ਰਹਮਾ ਜੀ ਦਾ ਅਵਤਾਰ ਇਸ ਧਰਤੀ ਦੇ ਉੱਤੇ ਆਇਆ, ਜਾਂ ਵਿਸ਼ਨੂੰ ਜੀ ਦਾ ਅਵਤਾਰ ਇੱਥੇ ਧਰਤੀ ਦੇ ਉੱਤੇ ਧਾਰਨ ਕੀਤਾ, ਜਾਂ ਸ਼ਿਵ ਜੀ ਨੇ ਅਵਤਾਰ ਧਾਰਨ ਕੀਤਾ, ਇਸੇ ਤਰ੍ਹਾਂ ਕੋਈ ਸ਼ਕਤੀ ਇਸ ਧਰਤੀ ਦੇ ਉੱਤੇ ਪ੍ਰਗਟ ਹੋਈ ਹੈ। ਪਰ ਉਹਨਾਂ ਨੂੰ ਮਨ ਦੇ ਵਿੱਚ ਸਮਝ ਨਹੀਂ ਪੈ ਰਹੀ ਵੀ ਮੈਂ ਹੁਣ ਪਰਿਵਾਰ ਨੂੰ ਕੀ ਦੱਸਾਂ। ਲੱਛਣ ਵੀ ਚੰਗੇ ਨੇ, ਮੁਹੂਰਤ ਵੀ ਚੰਗਾ ਹੈ, ਤੇ ਬਾਲਕ ਦੇ ਸਰੀਰ ਦੀ ਬਣਤਰ ਵੀ ਬਹੁਤ ਚੰਗੀ ਹੈ, ਪਰ ਉਹਨਾਂ ਨੂੰ ਸਮਝ ਨਹੀਂ ਲੱਗ ਰਹੀ ਪੰਡਿਤ ਹਰਦਿਆਲ ਜੀ ਨੂੰ ਵੀ ਕਿਸ ਦਾ ਅਵਤਾਰ ਹੈ, ਜਾਂ ਕਿਸ ਨੇ ਅਵਤਾਰ ਧਾਰਨ ਕੀਤਾ ਹੈ। ਆਤ ਪੱਤਰ ਇਸ ਸੀਸ ਚੁਲਾਰੇ, ਪੁਰਬੀ ਨਿਸਾ ਜਨਮ ਪਿਓ ਬਾਰੇ। ਤੇ ਫਿਰ ਪੰਡਿਤ ਹਰਦਿਆਲ ਜੀ ਆਖਦੇ ਨੇ, ਆਤ ਪੱਤਰ ਦਾ ਭਾਵ ਹੁੰਦਾ ਹੈ ਛਤਰ। ਛਤਰ ਕਹਿੰਦੇ ਵੀ ਇਸ ਦੇ ਸੀਸ ਦੇ ਉੱਤੇ ਛਤਰ ਝੁੱਲਣਗੇ, ਸਮਾਂ ਆਵੇਗਾ ਇਸ ਬਾਲਕ ਦੀ ਜੈ ਜੈਕਾਰ ਹੋਵੇਗੀ ਚੌਹਾਂ ਯੁਗਾਂ ਦੇ ਵਿੱਚ, ਸਾਰੇ ਇਸ ਨੂੰ ਨਮਸਕਾਰ ਕਰਨਗੇ, ਇਹ ਛਤਰਾਂ ਦਾ ਮਾਲਕ ਹੋਵੇਗਾ। ਪੁਰਬੀ ਨਿਸਾ ਜਨਮ ਪਿਓ ਬਾਰੇ, ਕਿਉਂਕਿ ਇਸ ਬਾਲਕ ਨੇ
ਪੂਰਬ ਵਾਲੀ ਰਾਤ ਨੂੰ ਜਨਮ ਲਿਆ ਹੈ। ਹਿੰਦੂ ਮਤ ਦੇ ਅਨੁਸਾਰ ਵੀ ਨਾ ਪੂਰਬ ਦੀ ਰਾਤ ਨੂੰ ਚੰਗਾ ਸਮਝਿਆ ਜਾਂਦਾ ਸੀ, ਚੰਗਾ ਸਮਾਂ ਸਮਝਿਆ ਜਾਂਦਾ ਸੀ। ਤੇ ਉਹ ਸਮਾਂ ਵੀ ਕਹਿੰਦੇ ਚੰਗਾ ਸੀ ਜਦੋਂ ਇਸ ਬਾਲਕ ਨੇ ਜਨਮ ਲਿਆ। ਇਹ ਸਾਰਾ ਕੁਝ ਦੇਖਦੇ ਆ, ਸਾਰਾ ਕੁਝ ਵਿਚਾਰਦੇ ਆ, ਇਹ ਵਿਚਾਰ ਤੱਕ ਮੈਂ ਪਹੁੰਚਿਆ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੁਗਾਂ ਜੁਗਾਂ ਤੱਕ ਇਸ ਬੱਚੇ ਦੀ ਜੈ ਜੈਕਾਰ ਹੋਵੇਗੀ। ਚੱਕਰਵਰਤ ਹੋਵੇ ਪਬ ਮਾਹੀ, ਕਰਹਿ ਦਿਗਵਿਜੈ ਸੰਸੈ ਨਾਹੀ। ਚੱਕਰਵਰਤ ਦਾ ਭਾਵ ਹੁੰਦਾ ਵੀ ਜਿਹੜਾ ਇੱਕ ਥਾਂ ਦੇ ਉੱਤੇ ਕਿਸੇ ਦਾ ਟਿਕਾਣਾ ਨਾ ਹੋਵੇ, ਉਹ ਚੱਕਰਵਰਤੀ ਹੋਵੇ। ਆਮ ਤੌਰ ਦੇ ਉੱਤੇ ਜਦੋਂ ਅਸੀਂ ਨਿਹੰਗਾ ਸਿੰਘਾਂ ਬਾਰੇ ਵੀ ਕਿਤੇ ਪੜ੍ਹਨ ਦਾ ਯਤਨ ਕਰਾਂਗੇ ਨਾ, ਤਾਂ ਉਹਨਾਂ ਦੇ ਨਾਮ ਦੇ ਨਾਲ ਚੱਕਰਵਰਤੀ ਦਲ ਲੱਗਾ ਹੁੰਦਾ, ਭਾਵ ਉਹ ਚੱਲ ਫਿਰ ਕੇ ਪ੍ਰਚਾਰ ਕਰਦੇ ਨੇ। ਤਾਂ ਇੱਥੇ ਵੀ ਭਾਈ ਬਾਲਾ ਜੀ ਗੁਰੂ ਅੰਗਦ ਸਾਹਿਬ ਜੀ ਨੂੰ ਸਮਝਾਉਣਾ ਕਰਦੇ ਨੇ ਕਿ ਪੰਡਿਤ ਹਰਦਿਆਲ ਦੀ ਵਿਚਾਰ ਕਿਹੋ ਜਿਹੀ ਸੀ। ਪੰਡਿਤ ਹਰਦਿਆਲ ਜੀ ਮਹਿਤਾ ਕਾਲੂ ਦਾਸ ਜੀ ਨੂੰ ਕੀ ਆਖਦੇ ਨੇ, ਕੀ ਬਚਨ ਕਰਦੇ ਨੇ ਕਿ ਇਹ ਤੁਹਾਡਾ ਜਿਹੜਾ ਬੱਚਾ ਹੈ, ਜਿਸ ਬਾਲਕ ਨੇ ਤੁਹਾਡੇ ਘਰ ਦੇ ਵਿੱਚ ਭਵ ਲਿਆ ਹੈ, ਜਨਮ ਲਿਆ ਹੈ, ਤਾਂ ਉਹ ਮਾਨੋ ਚੱਕਰਵਰਤੀ ਹੋਵੇਗਾ, ਸੰਸਾਰ ਦਾ ਭ੍ਰਮਣ ਕਰੇਗਾ, ਸੰਸਾਰ ਦੇ ਲੋਕਾਂ ਨੂੰ ਸਿੱਧੇ ਰਾਹੇ ਪਾਏਗਾ। ਕਰਹਿ ਦਿਗਵਿਜੈ, ਦਿਗਵਿਜੈ ਦਾ ਭਾਵ ਹੁੰਦਾ ਹੈ ਜਗਤ ਦੇ ਉੱਤੇ ਫਤਿਹ ਪ੍ਰਾਪਤ ਕਰੇਗਾ। ਇਹ ਬਾਲਕ ਜਗਤ ਦੇ ਉੱਤੇ ਫਤਿਹ ਪ੍ਰਾਪਤ ਕਰੇਗਾ, ਇਸ ਦੇ ਵਿੱਚ ਕੋਈ ਵੀ ਸੰਸ਼ਾ ਨਹੀਂ। ਸੱਚਮੁੱਚ ਹੀ ਅਸੀਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਇਤਿਹਾਸ ਤੋਂ ਜਾਣੂ ਹਾਂ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਆਪਣੀ ਪ੍ਰਚਾਰ ਫੇਰੀਆਂ ਦੇ ਦੌਰਾਨ ਜੋ ਸਿੱਖਿਆ ਆਪਣੇ ਸੇਵਕਾਂ ਨੂੰ ਦਿੱਤੀ, ਜੋ ਸਿੱਖਿਆ ਉਹਨਾਂ ਦੇ ਸੇਵਕਾਂ ਨੇ ਧਾਰਨ ਕੀਤੀ, ਉਸ ਸਿੱਖਿਆ ਦੇ ਆਧਾਰ ਦੇ ਉੱਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਸਾਰਿਆਂ ਦੇ ਮਨ ਦੇ ਉੱਤੇ ਫਤਿਹ ਹਾਸਲ ਕਰ ਲਈ ਸੀ, ਸਾਰਿਆਂ ਦੇ ਮਨ ਜਿੱਤ ਲਏ ਸਨ ਉਸ ਵਿਚਾਰਧਾਰਾ। ਦਰਸ਼ਨ ਕੀ ਔਰ ਲਾਲਸ ਕੀਨੀ, ਦੇਹ ਸਫਲ ਆਪਣੀ ਦਿਜ ਚੀਨੀ। ਦਰਸ਼ਨ ਦਾ ਭਾਵ ਹੁੰਦਾ ਦੇਖਣਾ, ਉਰ ਦਾ ਭਾਵ ਹੁੰਦਾ ਹਿਰਦਾ ਮਨ, ਲਾਲਸ ਦਾ ਭਾਵ ਹੁੰਦਾ ਇੱਛਾ। ਹੁਣ ਪੰਡਿਤ ਹਰਦਿਆਲ ਜੀ ਨੇ ਜਦੋਂ ਸਾਰੀ ਆਪਣੀ ਜੋਤਿਸ਼ ਵਿਦਿਆ ਦੇ ਅਨੁਸਾਰ ਘਟਾਓ ਜਮਾ ਜੋ ਕੁਝ ਵੀ ਉਹਨਾਂ ਨੇ ਗ੍ਰਹਿਾਂ ਦਾ ਦੇਖਣਾ ਸੀ, ਨਛੱਤਰਾਂ ਦਾ ਸਾਰਾ ਕੁਝ ਹਿਸਾਬ ਕਿਤਾਬ ਦੇਖਿਆ ਨਾ, ਤਾਂ ਸਾਰਾ ਕੁਝ ਦੇਖਦਿਆਂ ਜਿੱਥੇ ਮਨ ਦੇ ਵਿੱਚ ਇਹ ਵਿਚਾਰ ਕਰਦੇ ਨੇ ਵੀ ਮੈਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਇਹ ਵਿਸ਼ਨੂੰ ਦੇ ਅਵਤਾਰ ਵਾਂਗ ਹੈ ਜਾਂ ਸ਼ਿਵ ਜੀ ਦੇ ਅਵਤਾਰ ਵਾਂਗ ਹੈ। ਹੁਣ ਸਾਰਾ ਕੁਝ ਚੰਗਾ ਹੈ, ਸਮੇਂ ਦੇ ਨਾਲ ਨਾਲ ਚੰਗਾ ਚੱਲ ਰਿਹਾ, ਸਮਾਂ ਵੀ ਚੰਗਾ ਹੈ ਜਿਸ ਸਮੇਂ ਬਾਲਕ ਦਾ ਜਨਮ ਹੋਇਆ। ਹੁਣ ਪੰਡਿਤ ਹਰਦਿਆਲ ਜੀ ਤੋਂ ਰੁਕਿਆ ਨਹੀਂ ਜਾ ਰਿਹਾ। ਪੰਡਿਤ ਹਰਦਿਆਲ ਜੀ ਦੇ ਮਨ ਦੇ ਵਿੱਚ ਵੀ ਲਾਲਸਾ ਪੈਦਾ ਹੋ ਗਈ, ਇੱਛਾ ਪੈਦਾ ਹੋ ਗਈ ਕਿ ਇਸ ਬਾਲਕ ਦੇ ਛੇਤੀ ਦੇ ਨਾਲ ਦਰਸ਼ਨ ਕੀਤੇ ਜਾਣ। ਦੇਹ ਸਫਲ ਆਪਣੀ ਦਿਜ ਚੀਨੀ, ਕਿ ਜੇਕਰ ਮੈਂ ਇਹਨਾਂ ਦੇ ਦਰਸ਼ਨ ਕਰ ਲਵਾਂ ਨਾ, ਮੇਰੀ ਦੇਹੀ, ਮੇਰਾ ਸਰੀਰ ਜਿਹੜਾ ਹੈ ਉਹ ਸਫਲ ਹੋ ਜਾਵੇਗਾ। ਪੰਡਿਤ ਹਰਦਿਆਲ ਜੀ ਨੇ ਵੀ ਉਸ ਬਾਲਕ ਦੇ ਦਰਸ਼ਨ ਕਰਨ ਦੀ ਆਪਣੇ ਮਨ ਦੇ ਵਿੱਚ ਤਾਂਘ ਲੱਗੀ, ਇੱਛਾ ਪੈਦਾ ਕੀਤੀ ਵੀ ਛੇਤੀ ਦੇ ਨਾਲ ਹੁਣ ਕਿਸੇ ਨਾ ਕਿਸੇ ਤਰੀਕੇ ਮੈਂ ਇਸ ਬਾਲਕ ਦੇ ਦਰਸ਼ਨ ਕਰਨੇ ਚਾਹੁੰਦਾ। ਤੇ ਅੱਗੇ ਫਿਰ ਜੋ ਵਾਰਤਾ ਹੁੰਦੀ ਹੈ ਅਸੀਂ ਅਗਲੇ ਪ੍ਰਸੰਗ ਦੇ ਵਿੱਚ ਸਰਵਣ ਕਰਦੇ ਹਾਂ। ਦੋਹਰਾ ਕਾਲੂ ਸੋਪਣ ਦਿਜ ਕਹੀ, ਬਾਲਕ ਮੋਹਿ ਦਿਖਾਏ, ਸੁਨ ਕਰਦਾਈ ਦੌਲਤਾਂ ਲੀਨੀ ਸ਼ਬਦ ਬੁਲਾਏ। ਜਦੋਂ ਪੰਡਿਤ ਹਰਦਿਆਲ ਜੀ ਨੇ ਨਾ ਮਹਿਤਾ ਕਾਲੂ ਦਾਸ ਜੀ ਨੂੰ ਬੇਨਤੀ ਕੀਤੀ ਕਿ ਮੈਨੂੰ ਛੇਤੀ ਦੇ ਨਾਲ ਉਸ ਬਾਲਕ ਦੇ ਦਰਸ਼ਨ ਕਰਾਓ, ਮੈਂ ਉਸ ਬਾਲਕ ਦੇ ਦਰਸ਼ਨ ਕਰਕੇ ਆਪਣੀ ਦੇਹੀ ਨੂੰ ਸਫਲ ਕਰਨਾ ਚਾਹੁੰਦਾ, ਆਪਣੇ ਸਰੀਰ ਨੂੰ, ਆਪਣੇ ਤਨ ਨੂੰ ਸਫਲ ਕਰਨਾ ਚਾਹੁੰਦਾ ਹਾਂ। ਜਦੋਂ ਮਹਿਤਾ ਕਾਲੂ ਦਾਸ ਜੀ ਨੇ ਪੰਡਿਤ ਹਰਦਿਆਲ ਜੀ ਦੇ ਜਦੋਂ ਇਹ ਵਚਨ ਸੁਣੇ ਨਾ ਕਿ ਉਹ ਪੰਡਿਤ ਹਰਦਿਆਲ ਜੀ ਦੀ ਇੱਛਾ ਹੈ ਕਿ ਮੈਂ ਬਾਲਕ ਦੇ ਦਰਸ਼ਨ ਕਰਨੇ, ਤਾਂ ਛੇਤੀ ਦੇ ਨਾਲ ਸੁਣ ਕਰ ਦਾਈ ਦੌਲਤਾਂ, ਫਿਰ ਇਹ ਸੁਣ ਕੇ ਮਹਿਤਾ ਕਾਲੂ ਦਾਸ ਜੀ ਨੇ ਛੇਤੀ ਦੇ ਨਾਲ ਦਾਈ ਦੌਲਤਾਂ ਨੂੰ ਆਪਣੇ ਪਾਸ ਬੁਲਾਇਆ, ਆਪਣੇ ਕੋਲ ਬੁਲਾਇਆ। ਚੌਪਈ ਬਾਲਕ ਆਨ ਬ੍ਰਿਪ ਕੇ ਪਾਸਾ, ਧਾਏ ਗਈ ਸੁਣ ਮਦ ਅਵਾਸਾ। ਕਿ ਦਾਈ ਦੌਲਤਾਂ ਨੂੰ ਮਹਿਤਾ ਕਾਲੂ ਦਾਸ ਜੀ ਬਚਨ ਆਖਦੇ ਨੇ, ਬਾਲਕ ਆਣ ਵਿਪਰ ਕੇ ਪਾਸਾ। ਵਿਪਰ ਦਾ ਭਾਵ ਹੁੰਦਾ ਬ੍ਰਾਹਮਣ, ਕਿ ਬਾਲਕ ਨੂੰ ਛੇਤੀ ਦੇਣਾ ਪੰਡਤ ਜੀ ਦੇ ਕੋਲ, ਬ੍ਰਾਹਮਣ ਦੇ ਕੋਲ ਲੈ ਕੇ ਆਇਆ ਜਾਵੇ। ਧਾਏ ਗਈ ਸੁਨਮਾ ਦੇ ਅਵਾਸਾ। ਇਹ ਗੱਲ ਸੁਣ ਕੇ ਦਾਈ ਦੌਲਤਾ ਜੀ, ਧਾਏ ਦਾ ਭਾਵ ਹੀ ਦਾਈ ਹੁੰਦਾ ਹੈ, ਇਹ ਗੱਲ ਸੁਣ ਕੇ ਇਹ ਸਾਰੇ ਬਚਨ ਉਹਨਾਂ ਤੋਂ ਸੁਣ ਕੇ ਦਾਈ ਦੌਲਤਾ ਜੀ ਛੇਤੀ ਦੇ ਨਾਲ ਕਮਰੇ ਦੇ ਅੰਦਰ ਚਲ ਗਏ ਜਿੱਥੇ
ਮਾਤਾ ਤ੍ਰਿਪਤਾ ਜੀ ਅਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਵਿਰਾਜਮਾਨ। ਉਸ ਸਥਾਨ ਦੇ ਉੱਤੇ ਛੇਤੀ ਦਿਨਾਂ ਦਾਈ ਦੌਲਤਾਂ ਜਾਂਦੇ ਨੇ। ਜਾਚਿਓ ਬਾਲਕ ਜਨਨ ਨ ਦੇਈ, ਜੋ ਕਿਰਪਨ ਧਨ ਪ੍ਰੀਤ ਰਖੇ। ਜਦੋਂ ਜਾ ਕੇ ਦਾਈ ਦੌਲਤਾਂ ਜੀ ਨੇ ਮਾਤਾ ਤ੍ਰਿਪਤਾ ਜੀ ਦੇ ਕੋਲ ਬਾਲਕ ਦੀ ਪ੍ਰਾਪਤੀ ਦੇ ਲਈ ਬੇਨਤੀ ਕੀਤੀ ਨਾ ਕਿ ਬਾਹਰ ਪੰਡਿਤ ਜੀ ਨੇ ਬਾਲਕ ਦੇ ਦਰਸ਼ਨ ਕਰਨੇ ਨੇ, ਮੈਨੂੰ ਬਾਲਕ ਮੇਰੇ ਹੱਥਾਂ ਦੇ ਵਿੱਚ ਸੌਂਪਿਆ ਜਾਵੇ। ਤਾਂ ਇੱਥੇ ਕਵੀ ਜੀ ਇੱਕ ਅਲੰਕਾਰ ਬਣਦੇ ਨੇ ਕਿ ਕਹਿੰਦੇ ਜਿਵੇਂ ਕੋਈ ਕੰਜੂਸ ਆਦਮੀ ਧਨ ਖਰਚਣ ਤੋਂ ਗੁਰੇਜ਼ ਕਰਦਾ ਨਾ, ਮਾਤਾ ਤ੍ਰਿਪਤਾ ਜੀ ਨੇ ਵੀ ਇਸ ਤਰ੍ਹਾਂ ਦੀ ਇੱਛਾ ਜ਼ਾਹਰ ਕੀਤੀ ਕਿ ਮੈਂ ਆਪਣੇ ਬੱਚੇ ਨੂੰ, ਆਪਣੇ ਪੁੱਤਰ ਨੂੰ ਆਪਣੇ ਤੋਂ ਵੱਖ ਨਹੀਂ ਕਰਾਂਗੀ, ਮੈਂ ਕਿਸੇ ਨੂੰ ਨਹੀਂ ਦਵਾਂਗੀ। ਕਹੇ ਸਰਦ ਰੁੱਤ ਸਰਦੀ ਲਾਗੇ, ਮ੍ਰਿਤੁਰ ਬਾਲ ਬਾਹਰ ਕਸ ਮੰਗੇ। ਪਿਛਲੇ ਪ੍ਰਸੰਗ ਦੇ ਵਿੱਚ ਵੀ ਅਸੀਂ ਵਿਚਾਰ ਸਰਵਣ ਕੀਤੇ ਸੀ ਕਿ ਸਰਦ ਰੁੱਤ ਦਾ ਚੰਦਰਮਾ ਜਦੋਂ ਚੜ੍ਹਿਆ ਸੀ ਨਾ, ਉਸ ਸਮੇਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਅਵਤਾਰ ਧਾਰਨ ਕੀਤਾ ਸੀ। ਹੁਣ ਮਾਤਾ ਤ੍ਰਿਪਤਾ ਜੀ ਦਾਈ ਦੌਲਤਾਂ ਨੂੰ ਬੱਚਾ ਕਿਉਂ ਨਹੀਂ ਸੌਂਪਦੇ? ਕਿਉਂਕਿ ਆਮ ਤੌਰ ਦੇ ਉੱਤੇ ਅਸੀਂ ਇਹ ਗੱਲ ਤੋਂ ਜਾਣੂ ਹੁੰਦੇ ਹਾਂ, ਜਦੋਂ ਘਰਾਂ ਦੇ ਵਿੱਚ ਬੱਚਾ ਜਨਮ ਲੈਂਦਾ ਨਾ, ਗਰਮੀ ਦੇ ਸਮੇਂ ਉਸ ਜਿਹੜੀ ਪਹਿਲੀ ਗਰਮੀ ਹੁੰਦੀ ਬੱਚੇ ਨੂੰ ਜ਼ਿਆਦਾ ਗਰਮੀ ਮਹਿਸੂਸ ਹੁੰਦੀ। ਇਸੇ ਤਰ੍ਹਾਂ ਜਦੋਂ ਬੱਚੇ ਦੀ ਪਹਿਲੀ ਸਰਦੀ ਹੁੰਦੀ, ਉਹ ਸਰਦੀ ਵੀ ਬੱਚੇ ਨੂੰ ਜ਼ਿਆਦਾ ਮਹਿਸੂਸ ਹੁੰਦੀ। ਸਰਦ ਦੇ ਰੁੱਤ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਪ੍ਰਗਟ ਹੋਏ ਨੇ ਤੇ ਕਾਰਨ ਇਹੀ ਸੀ ਕਿ ਮਾਤਾ ਤ੍ਰਿਪਤਾ ਜੀ ਆਖਦੇ ਨੇ ਕਹੇ ਸਰਦ ਰੁੱਤ ਸਰਦੀ ਲਾਗੇ, ਕਿ ਸਰਦੀ ਦੀ ਰੁੱਤ ਹੈ, ਕੋਮਲ ਬੱਚਾ ਹੈ, ਛੋਟੀ ਉਮਰ ਹੈ, ਹਜੇ ਕੁਝ ਦਿਨ ਹੀ ਹੋਏ ਨੇ, 1-2 ਦਿਨ ਦਾ ਬੱਚਾ ਹੈ, ਇਸ ਨੂੰ ਬਾਹਰ ਨਹੀਂ ਦੇਵਾਂਗੇ, ਬਾਹਰ ਨਹੀਂ ਲੈ ਕੇ ਜਾਣ ਦੇਵਾਂਗੀ, ਹੋ ਸਕਦਾ ਇਸ ਨੂੰ ਠੰਡ ਲੱਗ ਜਾਵੇ। ਇਸ ਕਰਕੇ ਮਾਤਾ ਤ੍ਰਿਪਤਾ ਜੀ ਨੇ ਉਹਨਾਂ ਨੂੰ ਮਨਾ ਕਰ ਦਿੱਤਾ। ਮ੍ਰਿਤਲ ਬਾਲ ਬਾਹਰ ਕਸ ਮੰਗੇ, ਕੋਮਲ ਬਾਲਕ ਨੂੰ ਬਾਹਰ ਲੈ ਕੇ ਜਾਣਾ ਕਿਉਂ ਮੰਗਦੇ? ਮਾਤਾ ਜੀ ਦਾਈ ਦੌਲਤਾਂ ਨੂੰ ਬਚਨ ਆਖਦੇ ਨੇ ਵੀ ਤੁਸੀਂ ਕਿਸ ਗੱਲੋਂ ਇਸ ਬਾਲਕ ਨੂੰ ਬਾਹਰ ਲੈ ਕੇ ਜਾਣਾ ਚਾਹੁੰਦੇ ਹੋ? ਬੋਹਰ ਬਿਤੁਖੈ ਬਾਰੰਬਾਰਾ, ਜਾਚਿਓ ਦਿਓ ਤਾਤ ਅਤ ਪਿਆਰਾ। ਫਿਰ ਕਹਿੰਦੇ ਕਿ ਫਿਰ ਪੰਡਿਤ ਜੀ ਨੇ ਵੀ ਬਾਰ-ਬਾਰ ਆਪਣੇ ਮਨ ਦੇ ਵਿੱਚ ਇੱਛਾ ਜਿਹੜੀ ਸੀ ਉਹ ਬਾਲਕ ਦੇ ਦਰਸ਼ਨਾਂ ਦੀ ਮੰਗ ਕੀਤੀ ਕਿ ਮੈਨੂੰ ਛੇਤੀ ਤਰ੍ਹਾਂ ਕਿਸੇ ਵੀ ਤਰੀਕੇ ਨਾਲ ਇੱਕ ਪਲ ਦੇ ਲਈ ਹੀ ਬੱਚੇ ਦੇ ਦਰਸ਼ਨ ਕਰਵਾ ਦਿਓ। ਜਦੋਂ ਪੰਡਿਤ ਜੀ ਨੇ ਬਾਰ-ਬਾਰ ਬੇਨਤੀ ਕੀਤੀ, ਮਾਤਾ ਤ੍ਰਿਪਤਾ ਜੀ ਨੇ ਫਿਰ ਉਹ ਬੇਨਤੀ ਨੂੰ ਮੰਨਦਿਆਂ ਬੱਚਾ ਜਿਹੜਾ ਸੀ ਮਾਤਾ ਜੀ ਨੇ ਅਖੀਰ ਆਪਣੇ ਪੁੱਤਰ ਨੂੰ ਦਾਈ ਦੌਲਤਾਂ ਜੀ ਦੇ ਹੱਥਾਂ ਦੇ ਵਿੱਚ ਸੌਂਪ ਦਿੱਤਾ। ਲੇਕਰ ਦੌਲਤ ਬਾਹਰ ਆਈ, ਆਨਨ ਆਰਨ ਜਾਤ ਸੁਹਾਈ। ਕਹਿੰਦੇ ਜਦੋਂ ਦਾਈ ਦੌਲਤਾਂ ਜੀ ਉਸ ਬੱਚੇ ਨੂੰ, ਉਸ ਬਾਲਕ ਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਆਪਣੇ ਹੱਥਾਂ ਦੇ ਵਿੱਚ ਚੁੱਕ ਕੇ ਬਾਹਰ ਲੈ ਕੇ ਆਉਂਦੇ ਨੇ ਨਾ ਪੰਡਿਤ ਜੀ ਦੇ ਕੋਲ, ਆਨਨ ਆਰਨ ਜਾਤ ਸੁਹਾਈ, ਕਿ ਬਾਲਕ ਦਾ ਮੁਖ ਇਸ ਤਰ੍ਹਾਂ ਸ਼ੋਭਾ ਦੇ ਰਿਹਾ ਜਿਵੇਂ ਇੱਕ ਕਮਲ ਦਾ ਫੁੱਲ ਜਿਹੜਾ ਸੀ ਉਹ ਸੋਹੰਦਾ ਹੈ। ਜਿਵੇਂ ਕਮਲ ਦਾ ਫੁੱਲ ਸਾਰੇ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ ਨਾ, ਇਸੇ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਸੋਹਣਾ ਮੁਖ ਹੈ। ਹਰ ਕੋਈ ਉਹਨਾਂ ਦਾ ਮੁਖ ਦੇਖਦਾ ਹੀ ਰਹਿ ਜਾਂਦਾ, ਉਹਨਾਂ ਦਾ ਮੁਖ ਸਾਰਿਆਂ ਨੂੰ ਆਪਣੇ ਵੱਲ ਦੇਖਣ ਦੇ ਲਈ ਆਕਰਸ਼ਿਤ ਕਰਦਾ ਹੈ। ਲਗ ਤਨ ਜੋਤ ਵਿਸਾਲ ਵਿਰਾਜੇ, ਜੋ ਬਟ ਅਖੇ ਰੂਪ ਲਗ ਛਾਜੇ। ਲਗਤਨ ਜੋਤ ਦਾ ਭਾਵ ਹੁੰਦਾ, ਲਘੂ ਦਾ ਭਾਵ ਹੁੰਦਾ ਘੱਟ, ਛੋਟਾ। ਕਹਿੰਦੇ ਛੋਟੇ ਸਰੀਰ ਦੇ ਉੱਤੇ ਜੋਤ ਵਿਸ਼ਾਲ ਵਿਰਾਜੇ, ਕਿ ਵਿਸ਼ਾਲ ਜੋਤ ਜਿਹੜੀ ਹੈ ਉਹ ਵਿਰਾਜ ਰਹੀ ਹੈ। ਕਿ ਜਿਸ ਤਰ੍ਹਾਂ ਜੋਤ ਦਾ ਆਮ ਤੌਰ ਦੇ ਉੱਤੇ ਅਸੀਂ ਦੇਖਦੇ ਆ ਨਾ ਕਿ ਘਰਾਂ ਦੇ ਵਿੱਚ ਵੀ ਕਈ ਵਾਰੀ ਜੋਤ ਲਗਾਈ ਜਾਂਦੀ, ਤਾਂ ਉਸ ਦਾ ਪ੍ਰਤਾਪ ਅਸੀਂ ਦੇਖਦੇ ਹਾਂ। ਤਾਂ ਇਸੇ ਤਰ੍ਹਾਂ ਕਹਿੰਦੇ ਨੇ ਕਿ ਬੱਚੇ ਦਾ ਵੀ ਸੀਸ, ਬੱਚੇ ਦਾ ਵੀ ਮੁਖ ਇਸ ਤਰ੍ਹਾਂ ਦਾ ਹੈ ਕਿ ਕੋਈ ਵਿਸ਼ਾਲ ਜੋਤ ਉਹਨਾਂ ਦੇ ਮੁਖ ਦੇ ਉੱਤੇ ਵਿਰਾਜਮਾਨ ਹੋਵੇ। ਇਸ ਤਰ੍ਹਾਂ ਦਾ ਉਹਨਾਂ ਦਾ ਚਿਹਰੇ ਦਾ ਨੂਰ ਹੈ। ਜਿਉਂ ਬਟ ਅਖੈ ਰੂਪ ਲਗ ਛਾਜੇ, ਜਿਵੇਂ ਨਾ ਪੁੱਟੇ ਜਾਣ ਵਾਲਾ, ਕਹਿੰਦੇ ਜਿਹੜੇ ਬੋੜ ਦਾ ਛੋਟਾ ਜਿਹਾ ਰੂਪ ਹੋਵੇ। ਹੁਣ ਇੱਥੇ ਕਵੀ ਜੀ ਨੇ ਜਿਹੜਾ ਅਲੰਕਾਰ ਵਰਤਿਆ ਨਾ, ਬੋੜ ਦੀ ਉਦਾਹਰਨ ਵਰਤੀ। ਹਿੰਦੂ ਇਤਿਹਾਸ ਦੇ ਵਿੱਚ ਪ੍ਰਯਾਗਰਾਜ ਦੇ ਵਿੱਚ ਇਲਾਹਾਬਾਦ ਦਾ ਇੱਕ ਤੀਰਥ ਸਥਾਨ ਹੈ ਹਿੰਦੂਆਂ ਦਾ। ਗੁਰਬਾਣੀ ਦੇ ਵਿੱਚ ਵੀ ਇਸ ਦਾ ਜ਼ਿਕਰ ਆਇਆ।
ਕਹਿੰਦੇ ਵੀ ਉਸ ਅਸਥਾਨ ਦੇ ਉੱਤੇ ਇੱਕ ਬੋਹੜ ਦਾ ਰੁੱਖ ਹੈ, ਬੋਹੜ ਦਾ ਦਰਖਤ ਹੈ। ਚਾਹੇ ਹਨੇਰੀ ਆ ਜਾਵੇ, ਚਾਹੇ ਕੁਝ ਵੀ ਆ ਜਾਵੇ, ਉਹ ਝਾਲ ਵੀ ਆ ਜਾਵੇ, ਵੀ ਕਹਿੰਦੇ ਇਸ ਨੂੰ ਕੋਈ ਵੀ ਚੀਜ਼, ਕੋਈ ਵੀ ਕੁਦਰਤੀ ਆਫਤ ਪੁੱਟ ਨਹੀਂ ਸਕਦੀ, ਇਸ ਨੂੰ ਪੱਟ ਨਹੀਂ ਸਕਦੀ, ਇਸ ਦੀ ਜੜ੍ਹਾਂ ਨੂੰ ਹਿਲਾ ਨਹੀਂ ਸਕਦੀ। ਪਰ ਇਹ ਕੱਦ ਦੇ ਵਿੱਚ, ਆਪਣੇ ਆਕਾਰ ਦੇ ਵਿੱਚ ਬਹੁਤ ਛੋਟਾ ਸੀ ਬੋਹੜ ਦਾ ਰੁੱਖ। ਇਹ ਕੁਦਰਤੀ ਆਫਤਾਂ ਵੀ ਉਸ ਨੂੰ ਹਿਲਾ ਨਹੀਂ ਸਕਦੀਆਂ। ਉਸ ਬੋਹੜ ਦੇ ਰੁੱਖ ਦੀ ਕਲਪਨਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਸੀਸ ਦੇ ਬਾਬਤ ਕਰਦੇ ਨੇ ਵੀ ਕੋਈ ਵੀ ਤਾਕਤ ਇਹਨਾਂ ਨੂੰ ਹਿਲਾ ਨਹੀਂ ਸਕਦੀ। ਇਹੋ ਜਿਹਾ ਪ੍ਰਤਾਪ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਸੀਸ ਦਾ ਹੈ। ਦੋਹਰਾ ਦਿਜਬਰ ਅਤ ਮਤਬਾਨ ਮਨ ਸਰਬਲਿੰਗ ਪਹਿਚਾਨ ਹੀਰਤ ਉਰ ਹਰਖਤ ਸਰਸ ਠਾਡਾ ਭਇਓ ਸੁਜਾਨ। ਦਿਜਬਰ ਦਾ ਭਾਵ ਹੈ ਬ੍ਰਾਹਮਣ, ਮਤਵਾਨ ਦਾ ਭਾਵ ਹੈ ਬੁੱਧੀਮਾਨ, ਮਨ ਸਰਬਲਿੰਗ ਪਹਿਚਾਨ ਭਾਵ ਬ੍ਰਾਹਮਣ ਜੀ ਨੇ ਬੜੇ ਜਿਹੜੇ ਬੁੱਧੀਮਾਨ ਨੇ, ਜਿਹੜੇ ਬੜੇ ਸੂਝਵਾਨ ਨੇ, ਉਹਨਾਂ ਨੇ ਆਪਣੀ ਸੂਝਤਾ ਦੇ ਨਾਲ, ਆਪਣੀ ਬੁੱਧੀ ਦੇ ਨਾਲ ਉਹਨਾਂ ਨੇ ਸਾਰੇ ਅੰਗਾਂ ਤੇ ਚਿੰਨ੍ਹਾਂ ਦੀ ਪਹਿਚਾਣ ਕੀਤੀ। ਉਹਨਾਂ ਦੇ ਸਰੀਰ ਦੇ ਉੱਤੇ ਜਿਹੜੇ ਇੱਕ ਚੰਗੇ ਇਨਸਾਨ ਦੇ ਨਾ ਸਰੀਰ ਦੇ ਲੱਛਣ ਹੁੰਦੇ ਨੇ ਨਾ, ਉਹ ਸਾਰੇ ਲੱਛਣਾਂ ਦੀ ਪਹਿਚਾਣ ਪੰਡਿਤ ਜੀ ਨੇ ਆਪਣੀ ਜੋਤਿਸ਼ ਵਿਦਿਆ ਦੇ ਅਨੁਸਾਰ ਕਰ ਲਈ ਜਦੋਂ ਉਹਨਾਂ ਦੇ ਦਰਸ਼ਨ ਕੀਤੇ ਨੇ। ਹੇਰਤ ਉਰ ਹਰਖਤ ਸਰਸ ਠਾਡਾ ਭਇਓ ਸੁਜਾਨ, ਤੇ ਉਹ ਦਿਲ ਦੇ ਵਿੱਚ ਬੜਾ ਆਨੰਦਿਤ ਹੋਏ ਨੇ। ਤੇ ਚਤੁਰ ਜਿਹੜਾ ਪੰਡਿਤ ਸੀ ਉੱਠ ਕੇ ਖੜਾ ਹੋ ਗਿਆ। ਚਤੁਰ ਦਾ ਭਾਵ ਹੁੰਦਾ ਸਿਆਣਾ। ਜਿਹੜੇ ਸਿਆਣੇ ਪੰਡਿਤ ਜੀ ਸੀ ਨਾ, ਜਦੋਂ ਉਹਨਾਂ ਦੇ ਦਰਸ਼ਨ ਕੀਤੇ ਤਾਂ ਕਹਿੰਦੇ ਉੱਠ ਕੇ ਖੜੋ ਗਏ। ਚੋਪਈ ਭੁੱਲ ਕਿਉ ਪਰਮ ਪ੍ਰੇਮ ਮੈਂ ਮਨੁਆ ਬੰਧਨ ਕਰ ਜਾਣਿਓ ਨਿਜ ਧਨੁਆ। ਪਲ ਕਿਉ ਪਰਮ ਪ੍ਰੇਮ ਮੈਂ ਮਨੁਆ, ਕਿ ਉਹਨਾਂ ਦਾ ਮਨ ਜਿਹੜਾ ਸੀ ਪ੍ਰੇਮ ਦੇ ਨਾਲ ਪਸੀਜ ਗਿਆ, ਪ੍ਰੇਮ ਦੇ ਨਾਲ ਭਰ ਗਿਆ। ਪੰਡਿਤ ਹਰਦਿਆਲ ਜੀ ਦੀ ਇੱਥੇ ਜ਼ਿਕਰ ਕੀਤਾ ਗਿਆ ਵੀ ਪੰਡਿਤ ਹਰਦਿਆਲ ਜੀ ਨੇ ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕੀਤੇ ਨਾ, ਤੇ ਉਹਨਾਂ ਦਾ ਮਨ ਪ੍ਰੇਮ ਦੇ ਨਾਲ ਜਿਹੜਾ ਸੀ ਪਸੀਜਿਆ ਗਿਆ, ਪ੍ਰੇਮ ਦੇ ਨਾਲ ਭਰ ਗਿਆ। ਬੰਧਨ ਕਰ ਜਾਣਿਓ ਨਿਜ ਧਨੁਆ, ਤੇ ਮੱਥਾ ਟੇਕ ਕੇ ਆਪਣੇ ਆਪ ਨੂੰ ਧਨ ਜਾਣਿਆ। ਇੱਕ ਪੰਡਿਤ ਹਰਦਿਆਲ ਸੀ ਜਿਹਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਆਪਣੀਆਂ ਅੱਖਾਂ ਦੇ ਨਾਲ ਦਰਸ਼ਨ ਕੀਤੇ। ਜਦੋਂ ਅਸੀਂ ਗੁਰਬਾਣੀ ਦੇ ਬਾਬਤ ਸਮਝਣ ਦਾ ਯਤਨ ਕਰਦੇ ਆ ਨਾ, ਤਾਂ ਗੁਰਬਾਣੀ ਦੇ ਵਿੱਚ ਅਸੀਂ ਆਮ ਤੌਰ ਦੇ ਉੱਤੇ ਇਹ ਫਰਮਾਨ ਵੀ ਪੜ੍ਹਦੇ ਹਾਂ, ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ ਗੁਰ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰਭਾਸ ਨਾ ਭਰਿਆ। ਹੁਣ ਇੱਥੇ ਜ਼ਿਕਰ ਆਇਆ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ, ਜਿਹਨੇ ਸੁਣ ਲਿਆ। ਵੇਖਿਆ ਦਾ ਭਾਵ ਹੁੰਦਾ ਜਿਹਨੇ ਦੇਖ ਲਿਆ। ਹੁਣ ਅੱਜ ਦੇ ਸਮੇਂ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਰੀਰਕ ਰੂਪ ਦੇ ਵਿੱਚ ਸਾਡੇ ਵਿਚਕਾਰ ਨਹੀਂ ਨੇ, ਪਰ ਗੁਰਬਾਣੀ ਜਿਹੜੀ ਹੈ ਉਹ ਟਲ ਹੈ, ਉਹ ਸੱਚ ਹੈ, ਕਦੇ ਵੀ ਸੱਚ ਮਿਟਦਾ ਨਹੀਂ ਹੈ। ਅੱਜ ਦੇ ਸਮੇਂ ਦੇ ਵਿੱਚ ਅੱਜ ਦਾ ਸਿੱਖ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਿਸ ਤਰ੍ਹਾਂ ਕਰੇ, ਉਹਨਾਂ ਦੀ ਸਿੱਖਿਆ, ਉਹਨਾਂ ਦੀ ਬਾਣੀ ਨੂੰ, ਉਹਨਾਂ ਦੀ ਗੁਰਬਾਣੀ ਨੂੰ ਵਿਚਾਰ ਕੇ, ਉਹਨਾਂ ਦੀ ਗੁਰਬਾਣੀ ਨੂੰ ਵਿਚਾਰ ਕੇ ਆਪਣੇ ਜੀਵਨ ਦੇ ਅੰਦਰ ਜਦੋਂ ਧਾਰਨ ਕਰਾਂਗੇ ਤਾਂ ਪ੍ਰਤੱਖ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਹੋ ਜਾਣਗੇ ਵੀ ਉਹਨਾਂ ਦੀ ਸੋਚਣ ਸ਼ਕਤੀ, ਉਹਨਾਂ ਦੀ ਵਿਚਾਰਧਾਰਾ ਦਾ ਪੱਖ ਕਿਹੋ ਜਿਹਾ ਸੀ। ਇੱਕ ਪੰਡਿਤ ਹਰਦਿਆਲ ਸੀ, ਇੱਕ ਦਾਈ ਦੌਲਤਾ ਸੀ, ਜਿਨੇ ਉਹਨਾਂ ਨੂੰ ਨਮਸਕਾਰ ਕਰਕੇ, ਉਹਨਾਂ ਦੇ ਦਰਸ਼ਨ ਕਰਕੇ ਆਪਣੇ ਆਪ ਨੂੰ ਧੰਨ ਜਾਣਿਆ। ਪਰ ਮਾਫ ਕਰਨਾ, ਅਸੀਂ ਰੋਜ਼ਾਨਾ ਜਪਜੀ ਸਾਹਿਬ ਦੀ ਬਾਣੀ ਦਾ ਜਾਪ ਵੀ ਕਰਦੇ ਹਾਂ, ਪਰ ਅੱਜ ਤੱਕ ਸਾਨੂੰ ਕਦੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਨਹੀਂ ਹੋਏ। ਉਸ ਬਾਣੀ ਨੂੰ ਅਸੀਂ ਵਿਚਾਰਨ ਦਾ ਯਤਨ ਨਹੀਂ ਕੀਤਾ। ਉਹਨਾਂ ਨੇ ਧੰਨ ਜਾਣਿਆ ਉਹਨਾਂ ਨੂੰ ਦਰਸ਼ਨ ਕਰਕੇ। ਅੱਜ ਦੇ ਸਮੇਂ ਦੇ ਵਿੱਚ ਵੀ ਅਸੀਂ ਦਰਸ਼ਨ ਕਰ ਸਕਦੇ ਹਾਂ ਕਿਸ ਤਰ੍ਹਾਂ ਉਹਨਾਂ ਦੀ ਬਾਣੀ ਨੂੰ ਵਿਚਾਰ ਕੇ, ਉਹਨਾਂ ਦੀ ਬਾਣੀ ਦੀ ਜਿਹੜੀ ਵਿਚਾਰਧਾਰਾ ਸੀ ਉਸ ਨੂੰ ਆਪਣੇ ਜੀਵਨ ਦੇ ਅੰਦਰ ਧਾਰਨ ਕਰਕੇ, ਜਿੱਥੇ ਸਤਿਗੁਰੂ ਜੀ ਸਮਝਾਉਣਾ ਕਰਦੇ ਨੇ ਕਿ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ, ਕਿ ਉਸ ਕੂੜ ਦੀ ਕੰਧ ਨੂੰ ਆਪਣੇ ਜੀਵਨ ਦੇ ਵਿੱਚੋਂ ਕਿਸ ਤਰ੍ਹਾਂ ਕੱਢਿਆ ਜਾਵੇ, ਉਹ ਕਿਸ ਤਰ੍ਹਾਂ ਟੁੱਟ ਸਕਦੀ ਹੈ, ਤੇ ਅਸੀਂ ਕਿਸ ਤਰ੍ਹਾਂ ਸਚਿਆਰ ਹੋ ਸਕਦੇ ਹਾਂ। ਆਪਣੇ ਜੀਵਨ ਦੇ ਵਿੱਚ ਸਚਿਆਰ ਹੋ ਕੇ ਅਸੀਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨਾਲ ਮਿਲ ਸਕਦੇ ਹਾਂ, ਉਹਨਾਂ ਨਾਲ ਸੰਬੰਧ ਜਿਹੜੀ ਨੇੜਤਾ ਵਾਲੇ ਨੇ ਉਹ ਕਾਇਮ ਕਰ ਸਕਦੇ ਹਾਂ। ਇੱਥੇ ਪੰਡਿਤ ਹਰਦਿਆਲ ਜੀ ਸਮਝਾਉਣਾ ਕਰਦੇ ਨੇ, ਆਖਦੇ ਨੇ ਕਿ ਮੈਂ ਮਨ ਦੇ ਵਿੱਚ ਮੇਰੇ ਬਹੁਤ ਪ੍ਰੇਮ ਹੈ, ਮੈਂ ਬਹੁਤ ਖੁਸ਼ੀ ਜ਼ਾਹਰ ਕਰਦਾ, ਬਹੁਤ ਖੁਸ਼ੀ ਮਹਿਸੂਸ ਕਰਦਾ ਹਾਂ, ਮੈਂ ਆਪਣੇ ਆਪ ਨੂੰ ਚੰਗੇ ਕਰਮਾਂ ਵਾਲਾ ਸਮਝਦਾ ਹਾਂ, ਧੰਨ ਸਮਝਦਾ ਹਾਂ, ਮੈਂ ਇਹਨਾਂ ਨੂੰ ਨਮਸਕਾਰ ਕਰਦਾ। ਜਿਉ ਜਨ ਇਸ਼ਟ ਦੇਵ ਕੋ ਦੇਖੀ
त्यों उर मैं पामोद विशेखी। किस तरह कहते भी नमस्कार कीती कि जिवें भगत कोई भी होवे ना, किसी का भी भगत होवे, वो अपने इष्ट नूं अपने मन दे विच आराधदा है ते वेख के अपने दिल दे विच बहुत प्रसन्न हुंदा है ना। कोई सेवक होवे, किसी का सेवक होवे, किसी का दास होवे, जदों अपने मालक नूं देखदा ना तां ओह मन दे विच बहुत खुशी ज़ाहिर करदा भी मैं अज दर्शन कर। पंडित हरदयाल दी धन गुरु नानक साहिब जी महाराज जी दे नाल पहली मुलाकात है, पर पहली मुलाकात दे विच ही पंडित हरदयाल ने इस तरह दर्शन कर ले कि जिस तरह मैं अपने मालक नूं मिल गया हां, मैं परमेश्वर दे दर्शन कर ले होवे। पंडित हरदयाल इन्ने मन दे विच खुश ने। सब अंगन के सुंदर लक्षण लग्यो बिलोकन विपर विशेषण। कहते भी सारे अंग जिहड़े ने उन्हां दे सुंदर लक्षण ने। ब्राह्मण जी आखदे ने कि जिहड़े उन्हां दे सारे शरीर दे अंग ने ना शोभनीक ने। लग्यो बिलोकन विपर विशेषण। अरुण चरण पर मृदुल सुहावे, जिम दल कुंकनंद दुख पावे। कि उन्हां दे लाल रंग दे जिहड़े कोमल चरण ने ना वो इंज शोभा पा रहे ने कि जिन्हें कहते भी कमल दे फुल दीयां पंखियां जिहड़ियां ने, कमल दे फुल दीयां पत्तियां खिड़ियां होण। उन्हां दे चरण इहो जे शोभनीक ने, इहो जे अपने वाल नूं आकर्षित करदे ने। पुज आजन कंद शुभ ऊचे, करज अरण ज्यों नंग होए सूचे। कहते कि ਜਿਹੜੀਆਂ ਉਹਨਾਂ ਦੀਆਂ ਬਾਹਾਂ ਨੇ ਨਾ ਉਹ ਗੋਡਿਆਂ ਤੱਕ ਲੰਮੀਆਂ ਨੇ। ਪੁਜ ਆਸਨ ਕੰਧ ਸ਼ੁਭ ਉੱਚੇ, ਤੇ ਜਿਹੜੇ ਮੋਢੇ ਨੇ ਨਾ ਉਹ ਸੋਹਣੇ ਤੇ ਉੱਚੇ ਲੱਗ ਰਹੇ ਨੇ। ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਸਰੀਰ ਦਾ ਜ਼ਿਕਰ ਕੀਤਾ ਗਿਆ, ਸਰੀਰ ਦੀ ਬੱਤਰ ਦੀ ਗੱਲ ਕੀਤੀ। ਕਾਰਜ ਅਰਣ ਜੋ ਨਗ ਹੋਏ ਸੂਚੇ, ਕਿ ਇਸ ਤਰ੍ਹਾਂ ਲੱਗਦੇ ਨੇ ਜਿਹੜੇ ਉਹਨਾਂ ਦੇ ਹੱਥਾਂ ਦੇ ਨਹੁੰ ਨੇ ਨਾ, ਜਿਹੜੇ ਨਹੁੰ ਨੇ ਸਰੀਰ ਦੇ ਲੱਗੇ ਉਹ ਸੁੰਦਰ ਨਹੁੰ ਇਸ ਤਰ੍ਹਾਂ ਲੱਗਦੇ ਨੇ ਵੀ ਜਿਵੇਂ ਕੋਈ ਸੁੱਚੇ ਮੋਤੀ ਹੋਣ, ਸੁੱਚੇ ਨਗ ਹੋਣ। ਕਰ ਸ਼ਾਖਾ ਇੱਕ ਸਾਰ ਵਿਸਾਲਾ, ਔਰ ਆਇਤ ਸ਼ੋਭਤ ਸ਼ਬਸ਼ਾਲਾ। ਕਰ ਸ਼ਾਖਾ ਕਹਿੰਦੇ ਨੇ ਹੱਥਾਂ ਦੀਆਂ ਉਂਗਲੀਆਂ। ਕਹਿੰਦੇ ਵੀ ਜਿਹੜੀਆਂ ਉਹਨਾਂ ਦੀਆਂ ਕਰਾਂ ਦੀਆਂ ਸ਼ਾਖਾਵਾਂ ਨੇ, ਹੱਥਾਂ ਦੀਆਂ ਉਂਗਲੀਆਂ ਨੇ ਨਾ ਉਹ ਇੱਕੋ ਸਾਰ ਇੱਕੋ ਜਿਹੀਆਂ ਲੰਮੀਆਂ ਨੇ। ਔਰ ਆਇਤ ਸ਼ੋਭਤ ਸ਼ਬਸ਼ਾਲਾ, ਕਿ ਉਹਨਾਂ ਦੀ ਛਾਤੀ ਜਿਹੜੀ ਚੌੜੀ ਹੈ ਤੇ ਬੜੀ ਸ਼ੋਭਾ ਪਾ ਰਹੀ ਹੈ। ਦਾਹਨ ਕਰਮ ਹੈ ਚਮਰ ਬਣਾਵਾ, ਛਤਰ ਪਾਮ ਮੈਂ ਰੁਚਰ ਸੁਹਾਵਾ। ਕਹਿੰਦੇ ਵੀ ਉਹਨਾਂ ਦੇ ਸੱਜੇ ਹੱਥ ਦੇ ਵਿੱਚ ਨਾ ਸੋਹਣਾ ਚੋਰ ਦਾ ਨਿਸ਼ਾਨ ਬਣਿਆ ਹੋਇਆ। ਵੀ ਉਹਨਾਂ ਦੇ ਹੱਥ ਦੇ ਵਿੱਚ ਜਦੋਂ ਦੇਖਿਆ ਨਾ ਕਿ ਉਹਨਾਂ ਦੇ ਹੱਥ ਦੇ ਵਿੱਚ ਇੱਕ ਚੋਰ ਦਾ ਨਿਸ਼ਾਨ ਬਣਿਆ ਹੋਇਆ ਹੈ। ਤੇ ਨਾਲ ਹੀ ਜਦੋਂ ਖੱਬੇ ਹੱਥ ਦੀ ਗੱਲ ਕਰਦੇ ਨੇ ਤੇ ਖੱਬੇ ਹੱਥ ਦੇ ਵਿੱਚ ਕਹਿੰਦੇ ਵੀ ਸੋਹਣਾ ਛਤਰ ਦਿਖ ਰਿਹਾ। ਛਤਰ ਦਾ ਨਿਸ਼ਾਨ ਜਿਹੜਾ ਹੈ, ਛਤਰ ਦਾ ਆਕਾਰ ਜਿਹੜਾ ਹੈ ਉਹਨਾਂ ਦੇ ਖੱਬੇ ਹੱਥ ਦੇ ਵਿੱਚ ਹੈ। ਕੋਮਲ ਗੋਲ ਕਪੋਲ ਸੁਹਾਵਨ, ਉਣਤ ਨਾਸਿਕਾ ਮੋਦ ਵੱਡਾ ਬਨਾ। ਉਹਨਾਂ ਦੀਆਂ ਕਹਿੰਦੇ ਜਿਹੜੀਆਂ ਕੋਮਲ ਗੋਲ ਗੱਲਾਂ ਨੇ ਨਾ ਬੜੀਆਂ ਸੁੰਦਰ ਲੱਗ ਰਹੀਆਂ ਨੇ। ਉਨਤ ਨਾਸਿਕਾ ਮੋਦ ਵੱਡਾ ਬਨ, ਉੱਚੀਆਂ ਜਿਹੜਾ ਉਹਨਾਂ ਦਾ ਨੱਕ ਹੈ ਉਹ ਵੀ ਆਨੰਦ ਵਧਾਉਣ ਵਾਲਾ ਲੱਗਦਾ ਹੈ। ਇਹ ਉਹਨਾਂ ਦੇ ਮੁਖ ਦੀ, ਸੋਹਣੇ ਮੁਖ ਦੀ ਬਣਤਰ ਪੰਡਿਤ ਹਰਦਿਆਲ ਜੀ ਦੇਖ ਕੇ ਮਨ ਦੇ ਵਿੱਚ ਅਮਾਨ ਲਗਾ ਰਹੇ ਨੇ ਵੀ ਇਹੋ ਜਿਹਾ ਸੋਹਣਾ ਸੀਸ, ਪੂਰੇ ਅੰਗ ਨੇ, ਪੂਰੀ ਸਰੀਰ ਦੀ ਬਣਤਰ ਜਿਹੜੀ ਕੁਦਰਤ ਵੱਲੋਂ ਥਾਪੀ ਹੋਈ ਹੈ ਬਹੁਤ ਸੋਹਣੀ ਲੱਗ ਰਹੀ ਹੈ। ਅਰਦੰਗ ਚੰਦਰਾਕਾਰ ਲਾਰੰਗ, ਤਨ ਪ੍ਰਗੁਟੀ ਸੁੰਗਰੰਜ ਬਿਨ ਬਾਰੰਗ। ਕਹਿੰਦੇ ਕਿ ਮੱਥਾ ਇਸ ਤਰ੍ਹਾਂ ਲੱਗ ਰਿਹਾ ਵੀ ਜਿਵੇਂ ਮੱਥੇ ਦੇ ਉੱਤੇ ਹੈ ਨਾ ਅੱਧੇ ਚੰਦਰਮਾ ਦੇ ਆਕਾਰ ਦਾ ਹੈ। ਮੱਥਾ ਇਸ ਤਰ੍ਹਾਂ ਦਾ ਹੈ ਜਿਸ ਤਰ੍ਹਾਂ ਚੰਦਰਮਾ ਅੱਧਾ ਚੜਿਆ ਹੋਵੇ ਨਾ, ਛੋਟਾ ਮੁਖ ਹੈ, ਬਾਲ ਰੂਪ ਹੈ, ਤਾਂ ਕਹਿੰਦੇ ਵੀ ਮੱਥੇ ਨੂੰ ਦੇਖ ਕੇ ਇੰਜ ਤਰ੍ਹਾਂ ਲੱਗ ਰਿਹਾ ਹੈ ਵੀ ਜਿਵੇਂ ਅੱਧਾ ਚੰਦਰਮਾ ਪ੍ਰਕਾਸ਼ਮਾਨ ਹੋਇਆ ਹੋਵੇ। ਧਨ ਪ੍ਰਗੁਟੀ ਸੁਕਰੰਚ ਬਿਨ ਬਾਰੰਗ, ਕਿ ਕਹਿੰਦੇ ਜਿਹੜੇ ਉਹਨਾਂ ਦੇ ਭਰਵੱਟੇ ਨੇ ਅੱਖਾਂ ਦੇ ਨਾ ਉਹ ਇਸ ਤਰ੍ਹਾਂ ਲੱਗਦੇ ਨੇ ਵੀ ਜਿਵੇਂ ਇੱਕ ਕਮਾਨ ਹੋਵੇ, ਜਿਵੇਂ ਇੱਕ ਧਨੁੱਖ ਹੋਵੇ, ਉਸ ਧਨੁੱਖ ਦੇ ਵਰਗੇ ਉਹਨਾਂ ਦੇ ਜਿਹੜੇ ਤ੍ਰਿਪਟੀ ਬਿਨਾ ਵਾਲਾਂ ਤੋਂ ਹੈ, ਉਹ ਜਿਹੜੇ ਉਹਨਾਂ ਦੇ ਭਰਵੱਟੇ ਨੇ ਉਹ ਇਸ ਤਰ੍ਹਾਂ ਸ਼ੋਭਨੀਕ ਲੱਗਦੇ ਨੇ। ਸੁਣ ਕਾਲੂ ਸੁਤ ਤੋਹੇ ਵਿਚਛਣ,
इसमें लखियत बत सो लक्षण। ਹੁਣ ਪੰਡਿਤ ਹਰਦਿਆਲ ਜੀ ਮਹਿਤਾ ਕਾਲੂ ਦਾਸ ਜੀ ਨੂੰ ਵਚਨ ਆਖਦੇ ਨੇ ਕਿ ਮਹਿਤਾ ਕਾਲੂ ਦਾਸ ਜੀ ਸੁਣੋ, ਸੁਣ ਕਾਲੂ ਸੁਤ ਤੋਹੇ ਵਿਚਛਣ, ਜੇ ਤੁਹਾਡਾ ਜਿਹੜਾ ਪੁੱਤਰ ਹੈ, ਜਿਹੜਾ ਬਾਲਕ ਹੈ ਨਾ, ਬਹੁਤ ਸੁੰਦਰ ਹੈ। ਇਸ ਮੈਂ ਲਖਿਅਤ ਬਤ ਸੋ ਲਛਣ, ਇਸ ਵਿੱਚ 32 ਸ਼ੁਭ ਲੱਛਣ ਜਿਹੜੇ ਨੇ ਉਹ ਉਪਸਥਿਤ ਹਨ। ਇਸ ਦੇ ਵਿੱਚ ਚੰਗੇ ਜਿਹੜੇ ਸ਼ੁਭ ਲੱਛਣ ਨੇ ਨਾ, ਜਿਹੜੇ ਆਮ ਇਨਸਾਨ ਦੇ ਵਿੱਚ ਹੁੰਦੇ ਨੇ, ਦਿਆਲੂ ਹੈ, ਕਿਰਪਾਲੂ ਹੈ, ਜਤੀ ਹੈ, ਤਪੀ ਹੈ, ਚੰਗੇ ਆਚਰਣ ਵਾਲਾ ਹੈ, ਇਹ ਸਾਰੇ ਦੇ ਸਾਰੇ ਲੱਛਣ ਤੁਹਾਡੇ ਬੱਚੇ ਦੇ ਵਿੱਚ ਜਿਹੜੇ ਨੇ ਉਹ ਮੈਂ ਦੇਖ ਲਏ ਨੇ, ਮੈਂ ਦਰਸ਼ਨ ਕਰ ਲਏ ਨੇ। ਤੁਹਾਡਾ ਬਾਲਕ, ਤੁਹਾਡਾ ਪੁੱਤਰ ਬਹੁਤ ਸੁੰਦਰ ਹੈ, ਬਹੁਤ ਸਿਆਣਾ ਹੈ। ਕਰ ਦਰਬਾਏ ਉਰਦ ਆਈ, ਤਨ ਬੋਆਏ ਰਖੇ ਢਿਗ ਨਾਹੀ। ਕਰ ਦਾ ਭਾਵ ਹੁੰਦਾ ਹੱਥ, ਤਰਵਾ ਦਾ ਭਾਵ ਹੁੰਦਾ ਤਲੀ, ਉਰਦ ਦਾ ਭਾਵ ਹੁੰਦਾ ਉੱਚੀ, ਵੀ ਜਿਹੜੀ ਉਹਨਾਂ ਦੇ ਹੱਥ ਦੀ ਤਲੀ ਹੈ ਨਾ, ਉਹ ਵੀ ਕਹਿੰਦੇ ਬਹੁਤ ਉੱਚੀ ਹੈ। ਧਨ ਬੋਆਏ ਰੱਖੇ ਢਿਗ ਨਾਹੀ। ਤੇ ਹੁਣ ਉਸ ਤਲੀ ਉੱਚੀ ਨੂੰ ਦੇਖ ਕੇ ਆਪਣੀ ਜੋਤਿਸ਼ ਵਿਦਿਆ ਦੇ ਅਨੁਸਾਰ ਪੰਡਿਤ ਜੀ ਮਹਿਤਾ ਕਾਲੂ ਦਾਸ ਜੀ ਨੂੰ ਆਖਦੇ ਨੇ ਕਿ ਜਿਹੜੀ ਹੱਥ ਦੀ ਉੱਚੀ ਤਲੀ ਹੈ ਨਾ, ਤਾਂ ਇਸ ਦਾ ਮਤਲਬ ਇਹ ਹੁੰਦਾ ਵੀ ਇਹਨਾਂ ਦੇ ਕੋਲ ਧਨ ਦੌਲਤ ਬਹੁਤ ਆਵੇਗਾ, ਪਰ ਇਹਨਾਂ ਕੋਲ ਕੋਈ ਵੀ ਧਨ ਦੌਲਤ ਜਿਹੜਾ ਹੈ ਰੁਕੇਗਾ ਨਹੀਂ, ਉਸ ਦਾ ਟਿਕਾ ਨਹੀਂ ਹੋਵੇਗਾ। ਪੜਿਓ ਸਮੁੰਦਰਕ ਮੈਂ ਬਹੁਤ ਸੋਦਾ, ਸ਼ੁਭ ਗਣ ਸਭ ਇਸ ਮੈਂ ਕਹਿ ਪ੍ਰੋਦਾ। ਪੰਡਿਤ ਜੀ ਆਖਦੇ ਨੇ, ਪ੍ਰੋਧ ਦਾ ਭਾਵ ਹੁੰਦਾ ਪ੍ਰੋਹਤ। ਪੰਡਿਤ ਜੀ ਆਖਦੇ ਨੇ ਕਿ ਮੈਂ ਜੋਤਿਸ਼ ਵਿਦਿਆ ਦਾ ਜਿਹੜਾ ਸਮੁੰਦਰੀ ਇੱਕ ਗ੍ਰੰਥ ਸੀ ਨਾ, ਪੜਿਓ ਸਮੁੰਦਰਕ ਮੈਂ ਬਹੁਤ ਸੋਧਾ, ਬੜੀ ਸੋਧ ਕੇ ਵਿਚਾਰ ਕੇ ਜੋਤਿਸ਼ ਵਿਦਿਆ ਦੇ ਅਨੁਸਾਰ ਸਾਰੀ ਪੜ੍ਹਾਈ ਕਰਕੇ ਸ਼ੁਭ ਗੁਣ ਸਭ ਇਸ ਮੈਂ ਕਹਿ ਪ੍ਰੋਦਾ, ਕਿ ਇਹ ਸਾਰੇ ਸ਼ੁਭ ਗੁਣਾਂ ਦਾ ਮਾਲਕ ਹੈ। ਇਹ ਪੰਡਿਤ ਜੀ ਮਹਿਤਾ ਕਾਲੂ ਦਾਸ ਜੀ ਨੂੰ ਆਖਦੇ ਨੇ ਕਿ ਤੁਹਾਡੇ ਬੱਚੇ ਦੇ ਵਿੱਚ 32 ਜਿਹੜੇ ਨੇ ਚੰਗੇ ਇਨਸਾਨ ਦੇ ਜਿਹੜੇ ਸ਼ੁਭ ਲੱਛਣ ਮੰਨੇ ਜਾਂਦੇ ਨੇ, ਉਹ ਵੀ ਇਹਨਾਂ ਦੇ ਵਿੱਚ 32 ਦੇ 32 ਨੇ। ਸਰੀਰ ਵੀ ਸੋਹਣਾ ਹੈ, ਸਰੀਰ ਦੇ ਅੰਗ ਵੀ ਮੈਂ ਦੇਖ ਲਏ ਨੇ, ਬਾਕੀ ਦੀ ਸਾਰੀ ਵੀ ਜਾਂਚ ਪੜਤਾਲ ਕਰ ਲਈ ਵੀ ਇੱਕ ਹੱਥ ਦੇ ਵਿੱਚ ਇਹਨਾਂ ਦੇ ਚੋਰ ਦਾ ਨਿਸ਼ਾਨ ਬਣਿਆ ਹੋਇਆ, ਦੂਜੇ ਹੱਥ ਦੇ ਵਿੱਚ ਇਹਨਾਂ ਦੇ ਛਤਰ ਦਾ ਨਿਸ਼ਾਨ ਬਣਿਆ ਹੋਇਆ। ਇਹ ਸਾਰੇ ਜਿਹੜੇ ਲੱਛਣ ਨੇ ਬੜੇ ਸ਼ੋਭਨੀਕ ਨੇ। ਅੱਜ ਦੇ ਪ੍ਰਸੰਗ ਦੇ ਵਿੱਚ ਪੰਡਿਤ ਹਰਦਿਆਲ ਜੀ, ਮਹਿਤਾ ਕਾਲੂ ਦਾਸ ਜੀ ਤੇ ਕਿਸ ਤਰ੍ਹਾਂ ਦਾਈ ਦੌਲਤਾ ਜੀ ਮਾਤਾ ਤ੍ਰਿਪਤਾ ਜੀ ਦੇ ਕੋਲ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਲਿਆ ਕੇ ਪੰਡਿਤ ਹਰਦਿਆਲ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਵਾਉਂਦੇ ਨੇ, ਤੇ ਕਿਸ ਤਰ੍ਹਾਂ ਪੰਡਿਤ ਹਰਦਿਆਲ ਜੀ ਆਪਣੀ ਜੋਤਿਸ਼ ਵਿਦਿਆ ਦੇ ਨਾਲ ਅਨੁਮਾਨ ਲਗਾਉਂਦੇ ਨੇ ਕਿ ਇਹ ਬੱਚਾ ਕਿਹੋ ਜਿਹਾ ਹੈ, ਇਹ ਬਾਲਕ ਕਿਸ ਤਰ੍ਹਾਂ ਦਾ ਹੈ। ਇਹ ਸਾਰੀ ਵਿਚਾਰ ਅਸੀਂ ਅੱਜ ਦੇ ਪ੍ਰਸੰਗ ਦੇ ਵਿੱਚ ਸਰਵਣ ਕੀਤੀ। ਬਾਕੀ ਦੀ ਵਿਚਾਰਾਂ ਅਸੀਂ ਕੱਲ ਦੇ ਪ੍ਰਸੰਗ ਦੇ ਵਿੱਚ ਸਰਵਣ ਕਰਾਂਗੇ। ਕਿੱਥੋਂ ਤੱਕ ਉਹਨਾਂ ਦਾ ਕਿਸ ਤਰ੍ਹਾਂ ਬਾਕੀ ਦੀ ਜਿਹੜੀ ਉਹਨਾਂ ਦੇ ਬੇਦੀ ਕੁਲ ਦੀ ਰੀਤ ਸੀ, ਉਸ ਰੀਤੀ ਦੇ ਅਨੁਸਾਰ ਕਿਹੋ ਜਿਹੇ ਉਹਨਾਂ ਦੇ ਘਰ ਦੇ ਵਿੱਚ ਕਾਰ ਵਿਹਾਰ ਹੁੰਦੇ ਨੇ, ਉਹ ਵਿਚਾਰਾਂ ਅਸੀਂ ਕੱਲ ਦੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਿਚਾਰਾ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।